ਬੀਬੀ ਜਗੀਰ ਕੌਰ ਲੜਨਗੇ ਐਸਜੀਪੀਸੀ ਪ੍ਰਧਾਨ ਦੀ ਚੋਣ। ਨਿਊਜ਼ 18 ਤੇ ਬੋਲੇ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਗੇ ਰੱਖੀ ਮੰਗ। ਪਾਰਟੀ ਦੇ ਫੈਸਲੇ ਤੋਂ ਬਾਅਦ ਹੀ ਅਗਲੀ ਰਣਨੀਤੀ ਦਾ ਕਰਾਂਗੀ ਐਲਾਨ। ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦਾ ਬਿਜਲੀ ਬਿੱਲ ਬਕਾਇਆ, ਬਿਜਲੀ ਵਿਭਾਗ ਨੇ ਕਨੈਕਸ਼ਨ ਵੀ ਕੱਟਿਆ। ਥੋੜੀ ਦੇਰ ਬਾਅਦ ਕੀਤਾ ਗਿਆ ਬਹਾਲ। ਕਾਂਗਰਸ ਬੋਲੀ ਅਸੀਂ ਬਿੱਲ ਭਰਨ ਨੂੰ ਤਿਆਰ। ਅਕਾਲੀ ਦਲ ਵੱਲੋਂ ਜਗਮੀਤ ਬਰਾੜ ਤੇ ਐਕਸ਼ਨ ਦੀ ਤਿਆਰੀ। ਜਗਮੀਤ ਬਰਾੜ ਨੂੰ ਭੇਜਿਆ ਨੋਟਿਸ। ਪਾਰਟੀ ਦੇ ਖਿਲਾਫ ਬਿਆਨਬਾਜ਼ੀ ਤੇ 1 ਹਫ਼ਤੇ ਦੇ ਅੰਦਰ ਮੰਗਿਆ ਜਵਾਬ। ਵਾਈਸ ਚਾਂਸਲਰ ਦੀ ਨਿਯੁਕਤੀ ਤੇ ਹੁਣ ਰਾਜਪਾਲ ਵੀ ਆਰ-ਪਾਰ ਦੇ ਮੂਡ 'ਚ। ਮੀਡੀਆ ਸਾਹਮਣੇ ਖੋਲੀ ਕਾਨੂੰਨ ਦੀ ਕਿਤਾਬ। ਕਿਹਾ ਸਰਕਾਰ ਨਹੀਂ ਕਰ ਰਹੀ ਨਿਯਮਾਂ ਦੀ ਪਾਲਣਾ, ਨਹੀਂ ਹਟਾਇਆ ਵੀਸੀ ਤਾਂ ਲਵਾਂਗਾ ਕਾਨੂੰਨੀ ਸਲਾਹ। ਚਿੱਠੀ 'ਚ ਵਾਈਸ ਚਾਂਸਲਰ ਗੋਸਲ ਦੇ ਧਰਮ ਦੇ ਜ਼ਿਕਰ ਤੇ ਰਾਜਪਾਲ ਦਾ ਸਖਤ ਇਤਰਾਜ਼। ਕਿਹਾ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੀ ਸੀ ਲੋੜ, ਨਾ ਲਗਾਏ ਜਾਣ ਬਿਨਾਂ ਵਜ੍ਹਾ ਇਲਜ਼ਾਮ। ਨਿਊਜ਼ 18 ਤੇ ਸੁੰਦਰ ਸ਼ਾਮ ਅਰੋੜਾ ਰਿਸ਼ਵਤ ਕਾਂਡ ਦਾ ਅਹਿਮ ਕਿਰਦਾਰ। ਕਿਹਾ ਅਰੋੜਾ ਨੂੰ ਦਿੱਤੀ ਸੀ ਸਿਰਫ ਆਪਣੀ ਗੱਡੀ, ਪੈਸਿਆਂ ਬਾਰੇ ਨਹੀਂ ਕੋਈ ਜਾਣਕਾਰੀ। ਗੈਂਗਸਟਰ ਦੀਪਕ ਟੀਨੂ ਦੇ ਪਰਿਵਾਰ ਨੇ ਭਿਵਾਨੀ ਪੁਲਿਸ ਤੇ ਲਗਾਏ ਗੰਭੀਰ ਇਲਜ਼ਾਮ। ਕਿਹਾ ਟੀਨੂ ਨਾਲ ਨਹੀਂ ਹੁੰਦੀ ਗੱਲ, ਪਰ ਲਗਾਤਾਰ ਕੀਤਾ ਜਾ ਰਿਹਾ ਪਰੇਸ਼ਾਨ। ਤਾਂ ਪੁਲਿਸ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ। ਨਹੀਂ ਰੁਕ ਰਿਹਾ ਜੇਲ੍ਹਾਂ 'ਚੋਂ ਮੋਬਾਈਲ ਮਿਲਣ ਦਾ ਸਿਲਸਿਲਾ। ਬੈਰਕਾਂ ਦੀ ਤਲਾਸ਼ੀ ਦੌਰਾਨ ਫਰੀਦਕੋਟ ਜੇਲ੍ਹ ਤੋਂ ਬਰਾਮਦ ਹੋਏ 5 ਫੋਨ। 2 ਕੈਦੀਆਂ ਦੇ ਖਿਲਾਫ ਦਰਜ ਕੀਤਾ ਗਿਆ ਮਾਮਲਾ। ਜਲੰਧਰ ਦੇ ਵਿੱਚ ਬਦਮਾਸ਼ਾਂ ਦੇ ਹੌਸਲੇ ਬੁਲੰਦ। ਸੜਕ ਤੇ ਜਾ ਰਹੀ ਲੜਕੀ ਤੋਂ ਖੋਇਆ ਮੋਬਾਈਲ। ਸੀਸੀਟੀਵੀ ਦੇ ਵਿੱਚ ਕੈਦ ਹੋਈ ਘਟਨਾ। ਮੱਧ ਪ੍ਰਦੇਸ਼ ਦੇ ਰੀਵਾ 'ਚ ਭਿਆਨਕ ਸੜਕ ਹਾਦਸਾ। ਇੱਕ ਤੋਂ ਬਾਅਦ ਇੱਕ 3 ਗੱਡੀਆਂ ਦੀ ਟੱਕਰ। ਹਾਦਸੇ 'ਚ 14 ਲੋਕਾਂ ਦੀ ਮੌਤ। ਰਾਜਪੁਰਾ 'ਚ ਨਹਿਰ 'ਚ ਡਿੱਗੀ ਕਾਰ, ਸ਼ਖਸ ਦੀ ਮੌਤ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਕੱਢੀ ਬਾਹਰ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ। ਬੀਬੀ ਜਗੀਰ ਕੌਰ ਐਸਜੀਪੀਸੀ ਪ੍ਰਧਾਨ ਦੀ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ, ਚੋਣ ਲੜਨਾ ਚਾਹੁੰਦੇ ਨੇ। ਨਿਊਜ਼ 18 ਤੇ ਬੀਬੀ ਜਗੀਰ ਕੌਰ ਨੇ ਵੱਡਾ ਬਿਆਨ ਦਿੱਤਾ ਹੈ। ਕਿਹਾ ਹੈ ਕਿ ਮੈਂ ਸੁਖਬੀਰ ਸਿੰਘ ਬਾਦਲ ਅੱਗੇ ਮੰਗ ਰੱਖੀ ਹੈ, ਪਾਰਟੀ ਪ੍ਰਧਾਨ ਅੱਗੇ ਮੰਗ ਰੱਖੀ ਹੈ। ਉਹਨਾਂ ਨੇ ਕਿਹਾ ਕਿ ਕਈ ਮੈਂਬਰਾਂ ਨੇ ਇਹ ਇੱਛਾ ਜਤਾਈ ਹੈ ਕਿ ਮੈਂ ਚੋਣ ਲੜਾਂ। ਨਿਊਜ਼ 18 ਤੇ ਜਗੀਰ ਕੌਰ ਨੇ ਇਹ ਵੱਡਾ ਬਿਆਨ ਦਿੱਤਾ ਹੈ। ਕਿਹਾ ਹੈ ਕਿ ਪਾਰਟੀ ਪ੍ਰਧਾਨ ਦੇ ਅੱਗੇ ਮੰਗ ਰੱਖੀ ਹੈ, ਉਹਨਾਂ ਦੇ ਵੱਲੋਂ ਜੋ ਵੀ ਫੈਸਲਾ ਆਉਂਦਾ ਹੈ ਉਸ ਤੋਂ ਬਾਅਦ ਅਗਲੀ ਰਣਨੀਤੀ ਅਖਤਿਆਰ ਕਰਾਂਗੀ। ਮੈਨੂੰ ਪਾਰਟੀ ਇੱਕ ਵਾਰ ਫਿਰ ਸੇਵਾ ਦਾ ਮੌਕਾ ਦੇਵੇ, ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ। ਪਾਰਟੀ ਫੈਸਲੇ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕਰਾਂਗੀ। ਹਾਲਾਂਕਿ ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ 9 ਨਵੰਬਰ ਦੇ ਜਨਰਲ ਇਜਲਾਸ ਤੇ ਵੀ ਇਤਰਾਜ਼ ਜ਼ਾਹਰ ਕਰ ਚੁੱਕੇ ਨੇ। ਉਹਨਾਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਨਰਲ ਇਜਲਾਸ 15 ਦਿਨ ਅੱਗੇ ਪਾਉਣ ਦੀ ਵੀ ਮੰਗ ਕੀਤੀ ਸੀ। ਬੀਬੀ ਜਗੀਰ ਕੌਰ ਫਿਰ ਤੋਂ ਐਸਜੀਪੀਸੀ ਪ੍ਰਧਾਨ ਦੀ ਚੋਣ ਲੜਨਾ ਚਾਹੁੰਦੇ ਨੇ। ਐਸਜੀਪੀਸੀ ਪ੍ਰਧਾਨ ਰਹਿ ਚੁੱਕੇ ਨੇ ਤੇ ਹੁਣ ਫਿਰ ਤੋਂ ਐਸਜੀਪੀਸੀ ਪ੍ਰਧਾਨ ਦੀ ਚੋਣ ਲੜਨਾ ਚਾਹੁੰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸੇਵਾ ਕਰਨੀ ਹੈ, ਸੇਵਾ ਦਾ ਇੱਕ ਵਾਰ ਫਿਰ ਤੋਂ ਮੌਕਾ ਮਿਲੇ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦੇ ਅੱਗੇ ਮੰਗ ਰੱਖੀ ਹੈ। ਬੀਬੀ ਜਗੀਰ ਕੌਰ ਨੇ ਨਿਊਜ਼ 18 ਤੇ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਜੋ ਵੀ ਪਾਰਟੀ ਪ੍ਰਧਾਨ ਦੇ ਵੱਲੋਂ ਫੈਸਲਾ ਆਉਂਦਾ ਉਸ ਤੋਂ ਬਾਅਦ ਅਗਲੀ ਰਣਨੀਤੀ ਵੇਖਾਂਗੇ। ਤਾਂ ਜਗੀਰ ਕੌਰ ਐਸਜੀਪੀਸੀ ਪ੍ਰਧਾਨ ਦੀ ਮੁੜ ਤੋਂ ਚੋਣ ਲੜਨਾ ਚਾਹੁੰਦੇ ਨੇ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ 9 ਨਵੰਬਰ ਦੇ ਜਨਰਲ ਇਜਲਾਸ ਤੇ ਵੀ ਇਤਰਾਜ਼ ਜ਼ਾਹਰ ਕਰ ਚੁੱਕੇ ਨੇ। ਉਹਨਾਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਨਰਲ ਇਜਲਾਸ 15 ਦਿਨ ਅੱਗੇ ਪਾਉਣ ਦੀ ਮੰਗ ਕੀਤੀ ਸੀ। ਨਿਊਜ਼ 18 ਤੇ ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਕਈ ਸਾਰੇ ਕੰਮ ਅਧੂਰੇ ਰਹਿ ਗਏ ਨੇ, ਕਈ ਸਾਰੇ ਕੰਮ ਜੋ ਹੋਣੇ ਚਾਹੀਦੇ ਸੀ ਉਹ ਕਰਨਾ ਚਾਹੁੰਦੇ ਨੇ। ਸਕੀਮ ਹੈ ਫੇਲ ਹੋ ਜਾਂਦਾ। ਨੰਬਰ ਜਿਹੜਾ ਹੁੰਦਾ ਹੈ ਉਹ ਜੇ ਕੁਝ ਕਰਨਾ ਚਾਹਵੇ ਤੇ ਉਹ ਕੋਸ਼ਿਸ਼ ਕਰਦਾ ਹੈ ਕਿ ਚਲੋ ਸੇਵਾ ਦਾ ਮੌਕਾ ਮਿਲੇ। ਮੇਰੇ ਵਾਸਤੇ ਗੱਲ ਪ੍ਰਧਾਨਗੀ ਦੀ ਨਹੀਂ ਹੈ, ਸੱਚਾਈ ਇਹ ਹੈ। ਮੈਂ ਇਸ ਕਰਕੇ ਨਹੀਂ ਬੇਨਤੀ ਕਰ ਰਹੀ ਕਿ ਮੈਂ ਪ੍ਰਧਾਨ ਬਣਨਾ ਚਾਹੁੰਦੀ ਹਾਂ, ਮੈਂ ਇਸ ਕਰਕੇ ਕਰਨਾ ਚਾਹੁੰਦੀ ਹਾਂ ਕਿ ਮੇਰੇ ਮਨ 'ਚ ਇੱਕ ਸ਼ੌਕ ਹੈ ਕਿ ਮੈਂ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਾਂ। ਪਿਛਲੇ ਸਮਿਆਂ ਦੇ ਵਿੱਚ ਕਈ ਕੰਮ ਐਸੇ ਰਹਿ ਗਏ ਹੈ ਜਿਨ੍ਹਾਂ ਕਰਕੇ ਕੌਮ ਮਹਿਸੂਸ ਕਰਦੀ ਹੈ ਕਿ ਉਹ ਘਾਟਾਂ ਸਾਡੇ ਕੋਲ ਪੂਰੀਆਂ ਕਰਨੀਆਂ ਚਾਹੀਦੀਆਂ। ਮੈਂ ਸੋਚਦੀ ਹਾਂ ਕਿ ਚਲੋ ਜੇ ਮੈਂ ਕੁਝ ਸਮਾਂ ਦੇ ਕੇ ਆਪਣਾ ਫਰਜ਼ ਪੂਰਾ ਕਰ ਸਕਾਂ। ਔਰ ਮੈਂਬਰਸ ਜੇ ਚਾਹੁਣ ਤੇ ਮੈਂਬਰਸ ਮੇਰੇ ਨਾਲ ਸਲਾਹ ਕਰਦੇ ਸੀ ਕਿ ਆਪਾਂ ਰਲ ਕੇ ਕਿਸੇ ਢੰਗ ਦੇ ਨਾਲ ਉੱਥੇ ਲੰਬੀ ਸੇਵਾ ਕਰ ਸਕੀਏ ਤਾਂ ਜੋ ਸਾਡੀਆਂ ਕੋਈ ਜਿਹੜੀਆਂ ਇੱਛਾਵਾਂ ਨੇ ਸੇਵਾ ਕਰਨੀਆਂ ਪੂਰੀਆਂ ਹੋ ਸਕਣ।
ਜੀ ਅੱਛਾ, ਜਵਾਬ ਕੀ ਹੋਇਆ ਆਇਆ ਹੈਗਾ ਉਧਰੋਂ ਜਾਂ ਫਿਰ ਅਜੇ ਆਉਣਾ ਬਾਕੀ ਹੈ? ਤੁਸੀਂ ਸੁਖਬੀਰ ਬਾਦਲ ਹੋਰਾਂ ਨੂੰ ਮੰਗ ਕੀਤੀ ਹੈ ਬੀਬੀ ਜੀ? ਦੇਖੋ, ਮੇਰਾ ਤੇ ਉਹਨਾਂ ਨੇ ਕੋਈ ਅਜੇ ਤੱਕ ਫੈਸਲਾ ਨਹੀਂ ਕੀਤਾ ਕਿਉਂਕਿ ਉਹ ਮੈਂਬਰ ਸਾਹਿਬਾਨਾਂ ਦੇ ਨਾਲ ਸਲਾਹ ਕਰ ਰਹੇ ਆ। ਜੀ ਠੀਕ ਹੈ ਜੀ, ਮੈਂਬਰ ਸਾਹਿਬਾਨਾਂ ਨਾਲ ਸਲਾਹ ਕਰਕੇ ਫਿਰ ਕੀ ਫੈਸਲਾ ਕਰਦੇ ਹੈ, ਉਸ ਤੋਂ ਬਾਅਦ ਪਾਰਟੀ ਦੇ ਫੈਸਲੇ ਆਉਣ ਤੋਂ ਬਾਅਦ ਹੀ ਮੈਂ ਆਪਣੀ ਗੱਲ ਕਵਾਂਗੀ। ਤਾਂ ਬੀਬੀ ਜਗੀਰ ਕੌਰ ਨੇ ਨਿਊਜ਼ 18 ਤੇ ਬਿਆਨ ਦਿੱਤਾ ਹੈ ਕਿ ਸੇਵਾ ਕਰਨਾ ਚਾਹੁੰਦੇ ਨੇ ਗੁਰੂ ਘਰਾਂ ਦੀ ਤੇ ਫਿਰ ਤੋਂ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਇਹ ਮੌਕਾ ਮਿਲੇ ਤੇ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਅੱਗੇ ਉਹਨਾਂ ਨੇ ਮੰਗ ਰੱਖੀ ਹੈ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਈ ਸਾਰੇ ਮੈਂਬਰ ਚਾਹੁੰਦੇ ਨੇ ਕਿ ਉਹ ਫਿਰ ਤੋਂ ਪ੍ਰਧਾਨਗੀ ਦੀ ਚੋਣ ਲੜਨ, ਫਿਰ ਤੋਂ ਪ੍ਰਧਾਨ ਬਣਨ ਤੇ ਇਸ ਦੇ ਲਈ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਅੱਗੇ ਮੰਗ ਰੱਖੀ ਹੈ। ਹੁਣ ਪਾਰਟੀ ਦਾ ਕੀ ਫੈਸਲਾ ਹੁੰਦਾ ਹੈ ਉਸ ਤੋਂ ਬਾਅਦ ਅਗਲੀ ਰਣਨੀਤੀ ਦੇਖਣਗੇ। ਸਾਡੇ ਨਾਲ ਇਸ ਵੇਲੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜੇ ਨੇ। ਗਰੇਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਦੇਖ ਰਹੇ ਹੋ ਐਸਜੀਪੀਸੀ ਚੋਣਾਂ ਨੂੰ ਲੈ ਕੇ? ਬੀਬੀ ਜਗੀਰ ਕੌਰ ਹੁਣ ਚੋਣ ਲੜਨਾ ਚਾਹੁੰਦੇ ਨੇ ਮੁੜ ਤੋਂ ਪਾਰਟੀ ਪ੍ਰਧਾਨ ਦੇ ਅੱਗੇ, ਉਹਨਾਂ ਨੇ ਮੰਗ ਵੀ ਰੱਖੀ ਹੈ। ਨਾਲ ਹੀ ਉਹਨਾਂ ਨੇ ਨਿਊਜ਼ 18 ਤੇ ਇਹ ਵੀ ਜ਼ਿਕਰ ਕੀਤਾ ਕਿ ਕਾਫੀ ਸਾਰੇ ਅਜਿਹੇ ਕੰਮ ਸੀ ਜੋ ਅਧੂਰੇ ਰਹੇ ਨੇ, ਜਿਹੜੀਆਂ ਚੀਜ਼ਾਂ ਉਹ ਕਰਨਾ ਚਾਹੁੰਦੇ ਸੀ ਉਸ ਤਰੀਕੇ ਦੇ ਨਾਲ ਨਹੀਂ ਹੋਈਆਂ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਦੁਬਾਰਾ ਸੇਵਾ ਦਾ ਮੌਕਾ ਮਿਲੇ। ਦੇਖੋ ਜੀ, ਬੀਬੀ ਜਗੀਰ ਕੌਰ ਜੀ ਬੜੇ ਸਤਿਕਾਰਯੋਗ ਨੇ ਸਾਡੇ ਇਸ ਅਕਾਲੀ ਦਲ ਦੇ ਅੰਦਰ। ਬੜੇ ਲੰਬੇ ਸਮੇਂ ਤੋਂ ਉਹ ਪਾਰਟੀ ਦੇ ਵਫਾਦਾਰ ਬਣ ਕੇ ਉਹਨਾਂ ਨੇ ਕੰਮ ਸਾਰੇ ਕੀਤੇ ਨੇ ਜੀ ਤੇ ਪਿਛਲੇ ਸਮੇਂ 'ਚ ਉਹਨਾਂ ਨੇ ਸੇਵਾ ਵੀ ਨਿਭਾਈ ਹੈ। ਸੋ ਜਿਹੜੀ ਬੀਬੀ ਜੀ ਨੇ ਜਿਵੇਂ ਆਪ ਹੀ ਜ਼ਿਕਰ ਕੀਤਾ ਕਿ ਸੇਵਾ ਕਰਨ ਦਾ ਉਹਨਾਂ ਦਾ ਮਨ ਹੈ, ਕੋਈ ਸ਼ੱਕ ਨਹੀਂ। ਪਰ ਜਿਹੜਾ ਕਿਉਂਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦਾ ਜਿਹੜਾ ਪ੍ਰਧਾਨ ਹੈ, ਭਾਵੇਂ ਕਿ ਵਿਰੋਧੀ ਧਿਰਾਂ ਇਸ ਗੱਲ ਨੂੰ ਅਕਸਰ ਰੌਲਾ ਪਾਉਂਦੀਆਂ ਨੇ ਜੀ ਇੱਥੋਂ ਦੀ ਪਰਚੀ ਨਿਕਲਦੀ ਆ, ਫਲਾਨਾ ਹੁੰਦਾ। ਹਾਲਾਂਕਿ ਬਿਲਕੁਲ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਇਹ ਠੀਕ ਹੈ ਕਿ ਅਕਾਲੀ ਦਲ ਨਾਲ ਸੰਬੰਧਿਤ ਲੋਕ ਨੇ ਸਾਰੇ ਤੇ ਉਹ ਫਿਰ ਕੰਸੈਂਸਸ ਬਣਾਉਂਦੇ ਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੀਬੀ ਜੀ ਦੇ ਨਾਲ ਉਹਨਾਂ ਦੇ ਬਾਰੇ 'ਚ ਉਹਨਾਂ ਨੂੰ ਪ੍ਰਧਾਨ ਬਣਾਉਣ ਵਾਲੇ ਮੈਂਬਰ ਵੀ ਸਾਡੇ ਵਿਚਕਾਰ ਹੈ, ਉਹ ਵੀ ਸਾਡੇ ਪਾਰਟੀ ਦਾ ਹਿੱਸਾ ਨੇ। ਤੇ ਇਹ ਜਦੋਂ ਹੁਣ ਜਿਹੜੀ ਪ੍ਰਕਿਰਿਆ ਚੱਲ ਰਹੀ ਆ ਤੁਸੀਂ ਦੇਖੀ ਹੋਣੀ ਆ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਾਰੇ ਮੈਂਬਰਾਂ ਦੇ ਨਾਲ 1 to 1 ਕਰਕੇ ਗੱਲ ਕੀਤੀ ਹੈ। ਸੋ ਜਿਵੇਂ ਉਹ ਸਾਰੇ ਰਾਏ ਕਰਨਗੇ, ਆਖਰਕਾਰ ਸਾਰੀ ਸਮੁੱਚੀ ਜਿਹੜੀ ਰਾਏ ਜਿਨ੍ਹਾਂ ਦੇ ਹੱਕ 'ਚ ਹੋਏਗੀ ਉਹਨਾਂ ਨੂੰ ਬਣਾ ਦਿੱਤਾ ਜਾਏਗਾ। ਸੋ ਧਾਮੀ ਸਾਹਿਬ ਵੀ ਸਾਡੇ ਸਤਿਕਾਰਯੋਗ ਨੇ, ਬੀਬੀ ਜੀ ਵੀ ਸਤਿਕਾਰਯੋਗ ਨੇ। ਇਸ ਵਿੱਚ ਕੋਈ ਇਹ ਵੀ ਨਹੀਂ ਹੋ ਸਕਦਾ ਕਿ ਇਹਨਾਂ ਦੋਨਾਂ ਤੋਂ ਇਲਾਵਾ ਵੀ ਕੋਈ ਹੋ ਸਕਦਾ। ਦੇਖੋ, ਇਹ ਤਾਂ ਮੈਂਬਰ ਸਾਹਿਬਾਨ ਦੀ ਰਾਏ ਆ, ਇੱਥੇ ਕੋਈ ਕਿਸੇ ਤਰ੍ਹਾਂ ਦੀ ਥੋਪੀ ਨਹੀਂ ਜਾਂਦੀ। ਭਾਵੇਂ ਕਿ ਰੌਲਾ ਇਸ ਗੱਲ ਦਾ ਜ਼ਰੂਰ ਪਾਇਆ ਜਾਂਦਾ, ਪਰ ਤੁਸੀਂ ਦੇਖੋ ਕਿ ਇੰਨਾ ਟਾਈਮ ਕੱਢ ਕੇ ਬੀਬੀ ਜੀ ਨੇ ਇਜਲਾਸ ਵੀ 15 ਦਿਨ ਅੱਗੇ ਕਰਨ ਦੀ ਮੰਗ ਕੀਤੀ ਹੋਈ ਹੈ। ਦੇਖੋ, ਉਹ ਤਾਂ ਅਸੀਂ ਉਹ ਤਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਬੀਬੀ ਜੀ ਨੂੰ ਕਿ ਉਹ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਉਹਨਾਂ ਨੂੰ ਵੀ ਪ੍ਰਕਿਰਿਆ ਦਾ ਵੱਧ ਪਤਾ ਹੈ। ਮੈਂ ਤਾਂ ਸ਼ਾਇਦ ਇਹਨਾਂ ਨਹੀਂ ਜਾਣਦਾ ਹੋਊਗਾ, ਧਾਮੀ ਸਾਹਿਬ ਮੌਜੂਦਾ ਪ੍ਰਧਾਨ ਨੇ। ਸੋ ਜੇ ਕੋਈ ਗੱਲਬਾਤ ਇਹਨਾਂ ਨੂੰ ਲੱਗਦੀ ਆ ਤਾਂ ਬੈਠ ਕੇ ਕਰ ਸਕਦੇ ਨੇ। ਪਰ ਉਹ ਹੁਣ ਪਤਾ ਲੱਗਾ, ਕੱਲ ਸਾਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਇਜਲਾਸ ਦੇ ਬਾਰੇ ਦੇ ਵਿੱਚ ਜਦੋਂ ਚਿੱਠੀਆਂ ਵਗੈਰਾ ਜਾਂ ਭੇਜੀਆਂ ਜਾਣ ਤਾਂ ਉਸ ਤੋਂ ਬਾਅਦ ਉੱਤੇ ਮੋੜੋ ਵਿਚਾਰ ਨਹੀਂ ਹੁੰਦੀਗੀ। ਸੋ ਇਸ ਕਰਕੇ ਬੀਬੀ ਜੀ ਦੀ ਰਾਏ ਤਾਂ ਆਪਣੇ ਮੁਤਾਬਕ ਠੀਕ ਹੋਏਗੀ, ਪਰ ਜੋ ਜਿਹੜੀ ਪ੍ਰਕਿਰਿਆ ਜਿਹੜੀ ਹੋ ਗਈ ਆ ਤੇ ਸ਼ਾਇਦ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਜਾਂ ਇਸ ਤਰ੍ਹਾਂ ਦਾ ਕੋਈ ਉਹਦੇ 'ਚ ਨਹੀਂ ਹੈਗਾ ਕਿ ਉਹਨੂੰ ਦੁਬਾਰਾ ਡੇਟ ਚੇਂਜ ਕੀਤੀ ਜਾਵੇ। ਪਰ ਬੀਬੀ ਜੀ ਦੇ ਜਿਹੜੇ ਵਿਚਾਰ ਸੀ ਉਹ ਠੀਕ ਹੈ, ਉਹਨਾਂ ਦੇ ਮੁਤਾਬਕ ਸਹੀ ਸੀ, ਉਹਨਾਂ 'ਚ ਦਲੀਲ ਵੀ ਹੈਗੀ ਸੀ। ਪਰ ਜਿਹੜਾ ਕੋਈ ਫੈਸਲਾ ਹੋ ਗਿਆ ਹੁਣ ਉਹ ਤਾਂ ਸਾਨੂੰ ਸਾਰਿਆਂ ਨੂੰ ਮੰਨਣਾ ਪਏਗਾ। ਅੱਛਾ, ਸਾਡੇ ਨਾਲ ਬਲਜੀਤ ਸਿੰਘ ਦਾਦੂਵਾਲ ਜੁੜੇ ਨੇ, ਹਰਿਆਣਾ ਐਸਜੀਪੀਸੀ ਦੇ ਪ੍ਰਧਾਨ। ਦਾਦੂਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਦੇਖ ਰਹੇ ਹੋ ਐਸਜੀਪੀਸੀ ਚੋਣਾਂ ਹੋਣ ਜਾ ਰਹੀਆਂ ਨੇ? ਹਰਜਿੰਦਰ ਸਿੰਘ ਧਾਮੀ ਇਸ ਵੇਲੇ ਪ੍ਰਧਾਨ ਨੇ, ਬੀਬੀ ਜਗੀਰ ਕੌਰ ਮੁੜ ਤੋਂ ਚੋਣ ਲੜਨਾ ਚਾਹੁੰਦੇ ਨੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਦੇ ਅੱਗੇ ਮੰਗ ਰੱਖੀ ਹੈ, ਫੈਸਲਾ ਕੀ ਆਉਂਦਾ ਉਸ ਤੋਂ ਬਾਅਦ ਦੇਖਣਗੇ। ਦੇਖੋ, ਮੈਂ ਤਾਂ ਸਿਰਫ ਇਹਦੇ ਵਿੱਚ ਇੰਨੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਜਿਹੜੀ ਇਲੈਕਸ਼ਨ ਹੈ ਸਾਲ ਬਾਅਦ ਹੁੰਦੀ ਹੈ। ਇਲੈਕਸ਼ਨ ਹੋਣੀ ਚਾਹੀਦੀ ਹੈ, ਜਿੰਨੇ ਮੈਂਬਰ ਨੇ ਸਾਰਿਆਂ ਨੂੰ ਹੱਕ ਹੈ, ਜਿਹੜੇ ਮੈਂਬਰ ਨੇ ਉਹਨਾਂ ਨੂੰ ਹੱਕ ਹੈ ਕਿਸੇ ਨੂੰ ਵੀ ਮੁੱਖ ਸੇਵਾਦਾਰ ਦੀ ਚੋਣ ਲੜਨੀ, ਪ੍ਰਧਾਨ ਦੀ ਚੋਣ ਲੜਨੀ। ਤਾਂ ਪਰ ਮੈਨੂੰ ਜਿਹੜਾ ਦੁੱਖ ਇਸ ਗੱਲ ਦਾ ਹੈ ਕਿ ਇਹਦੇ 'ਚ ਜਿਹੜੀ ਥੋੜ੍ਹੀ ਕਾਹਲੀ ਕੀਤੀ ਗਈ ਹੈ ਕਿ ਗੁਰਪੁਰਬ ਤੋਂ ਅਗਲਾ ਦਿਨ, ਉਹ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੇਰੇ ਕੋਲ ਜਿਹੜੀ ਖਬਰ ਆਈ ਕਿ 35 ਦੇ ਕਰੀਬ ਮੈਂਬਰ ਜਿਹੜੇ ਸੀ ਉਹਨਾਂ ਨੇ ਨਨਕਾਣਾ ਸਾਹਿਬ ਗੁਰਪੁਰਬ ਮਨਾਉਣ ਵਾਸਤੇ ਸ਼ਾਇਦ ਪਾਸਪੋਰਟ ਦਿੱਤੇ ਹੋਏ ਸੀਗੇ ਜੀ। ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਜੇ 8 ਨੂੰ ਗੁਰਪੁਰਬ ਮਨਾਉਣ ਜਾਂਦੇ ਤਾਂ 9 ਨੂੰ ਐਡੀ ਜਲਦੀ ਉਹ ਵਾਪਸ ਨਹੀਂ ਸੀ ਆ ਸਕਦੇ। ਤੇ ਇਸ ਕਾਰਨ ਕਰਕੇ ਉਹਨਾਂ ਨੂੰ ਸ਼ਾਇਦ ਰੋਕਿਆ ਗਿਆ ਕਿ ਤੁਸੀਂ ਮਤਲਬ ਜਿਹੜਾ ਹੈਗਾ ਗੁਰਪੁਰਬ ਮਨਾਉਣ ਵਾਸਤੇ ਨਾ ਜਾਓ, ਤੁਸੀਂ ਇੱਥੇ ਵੋਟ ਦਾ ਆਪਣਾ ਅਧਿਕਾਰ ਜਿਹੜਾ ਉਹਨੂੰ ਵਰਤੋ।
ਇਹਦਾ ਮੈਨੂੰ ਦੁੱਖ ਹੈ ਕਿ ਉਹਨਾਂ ਨੇ ਗੁਰਪੁਰਬ ਤੇ ਜਾਣਾ ਸੀ, ਨਨਕਾਣਾ ਸਾਹਿਬ ਦਰਸ਼ਨ ਦਿਦਾਰਿਆਂ ਲਈ ਜਾਣਾ ਸੀਗਾ, ਪਰ ਇਹ ਵੋਟ ਇਲੈਕਸ਼ਨ ਕਰਕੇ ਉਹਨਾਂ ਨੂੰ ਰੋਕਿਆ ਗਿਆ। ਜੇ 10 ਦਿਨ ਅੱਗੇ ਵੀ ਪੈ ਜਾਂਦੀ ਤਾਂ ਕੋਈ ਵੱਡੀ ਗੱਲ ਨਹੀਂ ਸੀ, ਨਵੰਬਰ ਮਹੀਨੇ ਦੇ ਵਿੱਚ ਹੀ ਅੱਗੇ ਹੁੰਦੀ ਸੀ, ਨਵੰਬਰ ਜੀ ਹੁਣ ਹੋ ਜਾਣੀ ਸੀਗੀ। ਪਰ ਜਿਹੜਾ ਨਨਕਾਣਾ ਸਾਹਿਬ ਜਿਨ੍ਹਾਂ ਦੇ ਅਸੀਂ ਖੁੱਲ੍ਹੇ ਦਰਸ਼ਨ ਦਿਦਾਰੇ ਨਿੱਤ ਅਰਦਾਸ ਵਿੱਚ ਮੰਗਦੇ ਹਾਂ, ਉਹਨਾਂ ਦਰਸ਼ਨ ਦਿਦਾਰਿਆਂ ਤੋਂ ਰੋਕਣਾ ਜਿਹੜਾ ਮੈਂਬਰਾਂ ਨੂੰ, ਕਿਉਂਕਿ ਜੇ ਉਹ ਮੈਂਬਰ ਚਲੇ ਜਾਂਦੇ ਉਹਨਾਂ ਦਾ ਵੋਟ ਦਾ ਹੱਕ ਰਹਿ ਜਾਂਦਾ ਤੇ ਜੇ ਉਹ ਨਹੀਂ ਜਾਂਦੇ ਤਾਂ ਹੁਣ ਉਹਨਾਂ ਨੂੰ ਦਰਸ਼ਨ ਦਿਦਾਰਿਆਂ ਤੋਂ ਰੋਕਿਆ ਜਾ ਰਿਹਾ। ਵੀ ਇਹਦੇ ਲਈ ਜੇ 10 ਦਿਨ ਵਿਚਾਰ ਲਏ ਜਾਂਦੇ, ਬਣਨਾ ਤਾਂ ਉਹਨਾਂ ਮੈਂਬਰਾਂ ਚੋਂ ਹੀ ਆ ਜਿਹੜੇ ਮੈਂਬਰ ਨੇ SGPC ਦੇ, ਚਾਹੇ ਉਹ ਧਾਮੀ ਸਾਹਿਬ ਬਣਨ, ਚਾਹੇ ਬੀਬੀ ਜਗੀਰ ਕੌਰ ਬਣਨ, ਚਾਹੇ ਕੋਈ ਹੋਰ ਬਣੇ। ਪਰ ਇਹ ਜੇ 10 ਦਿਨ ਵਿਚਾਰ ਲਿਆ ਜਾਂਦਾ ਤਾਂ ਮੈਂ ਸਮਝਦਾ ਇਹਦੇ 'ਚ ਕੋਈ ਕਾਹਲੀ ਦੀ ਇੰਨੀ ਲੋੜ ਨਹੀਂ ਸੀਗੀ, ਉਹਨਾਂ ਨੂੰ ਦਰਸ਼ਨ ਦਿਦਾਰਿਆਂ ਦਾ ਹੱਕ ਸੀਗਾ। ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਹੋਏ ਨੇ। ਗਰੇਵਾਲ ਜੀ, ਕੀ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਨਹੀਂ ਗਿਆ ਇਸ ਤੋਂ ਪਹਿਲਾਂ? ਮੈਂ ਵੀ ਸਤਿਕਾਰ ਕਰਦਾ ਦਾਦੂਵਾਲ ਸਾਹਿਬ ਦਾ। ਚਲੋ ਦਾਦੂਵਾਲ ਸਾਹਿਬ ਨੇ ਕੋਈ ਨਾ ਕੋਈ ਬਹਾਨਾ ਤਾਂ ਕਰਨਾ ਹੀ ਹੁੰਦਾ ਆਪਣਾ। ਬਈ ਦਾਦੂਵਾਲ ਸਾਹਿਬ, ਬੇਨਤੀ ਇਹ ਆ ਕਿ ਉਸ ਤੋਂ ਪਹਿਲਾਂ ਪੰਜਾ ਸਾਹਿਬ ਵਾਸਤੇ ਬਹੁਤ ਸਾਰੇ ਮੈਂਬਰ ਜਾ ਰਹੇ ਆ, ਤੇ ਕੀ ਇਹਦਾ ਮਤਲਬ ਵੀ ਉਹਨਾਂ ਨੂੰ ਉਦੋਂ ਨਹੀਂ ਜਾਣਾ ਚਾਹੀਦਾ, ਉਦੋਂ ਜਾਣਾ ਚਾਹੀਦਾ? ਦੇਖੋ, ਜਿਹੜਾ ਗੁਰੂ ਦਾ ਕਹਿੰਦੇ ਆ ਪੁਰਬ ਹੈ, ਉਹ ਤਾਂ ਸਾਡੇ ਲਈ ਸਾਰਿਆਂ ਲਈ ਇੱਕੋ ਜਿਹਾ ਹੀ ਹੈ, ਚਾਹੇ ਦਾਦੂਵਾਲ ਸਾਹਿਬ ਨੇ ਵੀ ਇੱਥੇ ਬੈਠ ਕੇ ਮਨਾਉਣਾ। ਸੋ ਇਹ ਗੱਲ, ਇਸ ਗੱਲ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਕਿ ਦਰਸ਼ਨਾਂ ਤੋਂ ਵਾਂਝੇ ਕੀਤਾ ਜਾ ਰਿਹਾ। ਗੁਰਪੁਰਬ ਤਾਂ ਅਸੀਂ ਇੱਥੇ ਵੀ ਮਨਾਉਣਾ, ਤੇ ਉਸ ਤੋਂ ਪਹਿਲਾਂ ਵੀ ਪੰਜਾ ਸਾਹਿਬ ਦੀ ਜਿਹੜੀ ਸ਼ਤਾਬਦੀ ਆ ਉਹਦੇ ਲਈ ਵੀ ਵੱਡੀ ਗਿਣਤੀ ਵਿੱਚ ਮੈਂਬਰ ਸਾਹਿਬ ਤੇ ਸੰਗਤਾਂ ਜਾ ਰਹੀਆਂ, ਵੱਡਾ ਜਥਾ ਜਾ ਰਿਹਾ। ਸੋ ਇਹ ਗੱਲ ਨਹੀਂ ਹੈਗੀ, ਨਾ ਕੋਈ ਇਸ ਤਰ੍ਹਾਂ ਦੀ ਮਨਸ਼ਾ ਕਿ ਕਿਸੇ ਨੂੰ ਦਰਸ਼ਨ ਕਰਨ ਤੋਂ ਰੋਕਿਆ ਜਾਵੇ। ਉਹ ਕੋਈ ਸਮੇਂ ਦੇ ਮੁਤਾਬਕ ਕੋਈ, ਕਿਉਂਕਿ ਮੈਂ ਤਾਂ ਹੁਣ ਉਹ ਸੇਵਾ ਤੇ ਨਹੀਂ ਹੈਗਾ, ਪ੍ਰਧਾਨ ਸਾਹਿਬ ਤੇ ਜਿਹੜਾ ਸਾਡਾ ਸਾਰਾ ਅਮਲਾ ਵਾ ਉਹ ਇਸ ਗੱਲ ਬਾਰੇ ਉਹਨੇ ਵਿਚਾਰ ਕਰਕੇ ਕੀਤੀ ਹੋਏਗੀ, ਤੇ ਮੈਨੂੰ ਨਹੀਂ ਲੱਗਦਾ। ਕਿਉਂਕਿ ਇੱਕ ਪਹਿਲੀ ਗੱਲ ਤਾਂ ਇਹ ਕਹਿ ਦਈਏ, ਕਿਸੇ ਨੂੰ ਦਰਸ਼ਨਾਂ ਤੋਂ ਰੋਕਣ ਦਾ ਇਹਦੇ 'ਚ ਮੁੱਦਾ ਨਹੀਂ ਹੈਗਾ, ਤੇ ਦੂਸਰਾ ਕਿਸੇ ਨੂੰ ਇਹ ਮੁੱਦਾ ਨਹੀਂ ਹੈਗਾ ਕਿ ਉਹ ਵੋਟ ਨਾ ਪਾਵੇ। ਜੋ ਸਾਰਿਆਂ ਨੂੰ ਤਾਂ ਕਿ 21 ਦਿਨ ਪਹਿਲਾਂ ਹੀ ਆਗਾਹ ਕੀਤਾ ਜਾਂਦਾ ਜੋ ਕਾਨੂੰਨ ਦੇ ਮੁਤਾਬਕ। ਉਹ ਦਾਦੂਵਾਲ ਸਾਹਿਬ ਐਸੀ ਕੋਈ ਗੱਲ ਨਹੀਂ ਹੈਗੀ, ਸਾਰੇ ਜਿੰਨੇ ਹੈਗੀ ਆ ਗਰੇਵਾਲ ਸਾਹਿਬ ਠੀਕ ਆ, ਤੁਸੀਂ ਆਪਣੇ ਪੱਖ ਲੈਣਾ ਹੁੰਦਾ, ਪਰ ਇਹ ਜ਼ਰੂਰ ਹੈ ਕਿ ਦੇਖੋ ਮੈਂਬਰਾਂ ਨੇ ਸੰਪਰਕ ਕੀਤਾ ਮੇਰੇ ਨਾਲ। ਉਹ ਨਹੀਂ ਜੀ, ਚਲੋ ਮੈਂਬਰ ਦਾ ਦੇਖੋ ਜਿਹੜੇ ਹੱਕ 'ਚ ਨੇ ਉਹਨਾਂ ਨੇ ਵੀ, ਜਿਹੜੇ ਵਿਰੋਧ ਵਿੱਚ ਆ ਉਹਨਾਂ ਨੇ ਵੀ। ਨਹੀਂ, ਤੁਹਾਡੇ ਹਮਾਇਤ ਵਾਲੇ ਤਾਂ ਤੁਹਾਡੇ ਨਾਲ ਸਾਂਝ ਪਾਉਣ ਗਈ, ਪਰ ਮੈਂ ਸਮਝਦਾ ਕਿ ਇਹ ਤਾਂ ਇੱਕ ਲੋਕਤੰਤਰੀ ਪ੍ਰਕਿਰਿਆ ਵਾ, ਇਹਦੇ ਵਿੱਚ ਦਰਸ਼ਨਾਂ ਤੋਂ ਵਾਂਝੇ ਕਰਨਾ ਕੋਈ 10 ਦਿਨ ਅੱਗੇ ਚਲੇ ਜਾਂਦੀ ਤਾਂ ਗਰੇਵਾਲ ਸਾਹਿਬ ਉਹਦੇ ਨਾਲ ਕੋਈ ਵੱਡੀ ਗੱਲ ਨਹੀਂ ਸੀ ਹੋਣ ਵਾਲੀ। ਦਰਸ਼ਨਾਂ ਨੂੰ ਨਨਕਾਣਾ ਸਾਹਿਬ ਜਾਉਂਦੇ ਮੈਂਬਰ। ਮੈਂ ਇੱਥੇ ਫਰਾਕਦਰੀ ਨਾਲ ਗੱਲ ਕਰ ਵੀ ਦੇਵਾਂ ਤੇ ਮੈਨੂੰ ਲੱਗਦਾ ਤੁਸੀਂ ਪ੍ਰਵਾਨ ਕਰੋਗੇ ਕਿ ਮੈਂ ਕਹਿੰਦਾ 1% ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ ਹੋਊਗਾ, ਪਰ ਇੱਕ ਅਸੀਂ ਵੀ ਕੁਝ ਦੇਖਿਆ, ਕਿਉਂਕਿ ਤੁਹਾਡੇ ਮੀਡੀਆ ਤੇ ਤੁਹਾਡੇ ਵਰਗੇ ਜਿਹੜੇ ਸੱਜਣ ਇਹ ਗੱਲ ਪੁੱਛਦੇ ਆ, ਤਾਂ ਉਹ ਇਹ ਗੱਲ ਦੇਖੀ ਗਈ ਆ ਕਿ ਜਦੋਂ ਇੱਕ ਵਾਰ ਚਿੱਠੀਆਂ ਜਾਰੀ ਹੋ ਜਾਣ ਤਾਂ ਉਹਨੂੰ ਦੁਬਾਰਾ ਜਿਹੜੀ ਐਕਸਟੈਂਡ ਕੋਈ ਖਾਸ ਕਾਰਨ ਕਰਕੇ ਨਹੀਂ ਕੀਤਾ ਜਾ ਸਕਦਾ। ਪਰ ਇਹੋ ਜਿਹੀ ਕੋਈ ਗੱਲ ਨਹੀਂ ਕਿ ਦਰਸ਼ਨਾਂ ਤੋਂ ਕਿਸੇ ਨੂੰ ਵਾਂਝਾ ਕੀਤਾ ਜਾਣਾ। ਸਾਰੇ ਹੀ ਗੁਰੂ ਦੇ ਪਿਆਰ ਵਾਲੇ ਨੇ, ਸਭ ਥਾਈਂ ਆਪੋ ਆਪਣੀ ਥਾਈਂ ਆਪਾਂ ਸਾਰਿਆਂ ਨੇ ਦਰਸ਼ਨ ਕਰਨੇ ਨੇ। ਇਹ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਗਰੇਵਾਲ ਸਾਹਿਬ ਜੀ। ਉਹ ਰੁਕੇ ਨੇ ਇਸ ਇਲੈਕਸ਼ਨ ਕਰਕੇ, 9 ਤਰੀਕ ਦੀ ਜਿਹੜੀ ਇਲੈਕਸ਼ਨ ਉਹਦੇ ਕਰਕੇ ਉਹ ਰੁਕੇ ਨੇ, ਬਕਾਇਦਾ ਰੁਕੇ ਨੇ, ਮੇਰੇ ਨਾਲ ਸੰਪਰਕ ਨਹੀਂ ਦੁਬਾਰਾ ਨਹੀਂ ਜਾਣਾ ਆਪਾਂ। ਨਹੀਂ ਚਲੋ ਦੁਬਾਰਾ ਵੀ, ਪਰ ਇਸ ਵਾਰ ਜਿਹੜੇ ਜਾ ਰਹੇ ਸੀ, ਹੁਣ ਤੁਹਾਨੂੰ ਪਤਾ ਸਾਰਿਆਂ ਨੂੰ ਵੀਜ਼ੇ ਵੀ ਨਹੀਂ ਮਿਲਦੇ। ਵੀਜ਼ੇ ਵੀ ਨਹੀਂ ਮਿਲਦੇ। ਵੀਜ਼ੇ ਦਾਦੂਵਾਲ ਸਾਹਿਬ ਜਿਨ੍ਹਾਂ ਨੂੰ ਕਹੋਗੇ ਦਵਾ ਦੇਣਗੇ ਜੀ, ਤੁਸੀਂ ਕਿਉਂ ਫਿਕਰ ਕਰਦੇ ਹੋ? ਨਹੀਂ ਗਰੇਵਾਲ ਸਾਹਿਬ ਜਿਹੜੇ ਜਾਣਾ ਚਾਹੁੰਦੇ ਸੀ ਇਸ ਵਾਰ ਮਨਾਉਣ ਵਾਸਤੇ, ਜ਼ਿੰਦਗੀ ਦਾ ਕੀ ਪਤਾ ਭਰੋਸਾ ਪਲਦਾ ਨਹੀਂ ਆ ਜ਼ਿੰਦਗੀ ਦਾ। ਪਰ ਜੇ 10 ਦਿਨ ਵਾਸਤੇ ਜੇ ਦੇ ਦਿੱਤਾ ਜਾਂਦਾ ਗਰੇਵਾਲ ਸਾਹਿਬ, ਮੈਂ ਸਮਝਦਾ ਕੋਈ ਵੱਡੀ ਗੱਲ ਨਹੀਂ ਸੀ। ਇਹ ਪ੍ਰਕਿਰਿਆ 10 ਦਿਨ ਬਾਅਦ ਚ ਪੂਰੀ ਹੋ ਜਾਂਦੀ। ਦੇਖੋ, ਇੱਕ ਪ੍ਰਬੰਧਕੀ ਸਿਸਟਮ ਦੀ ਕੋਈ ਆਪਣੀ ਹੋਊਗੀ ਜਿਹਦੇ ਮੁਤਾਬਕ ਇਹ ਦਿਨ ਚੁਣਿਆ ਗਿਆ। ਕੋਈ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਮੈਨੂੰ ਲੱਗਦਾ ਗੱਲ ਨਹੀਂ ਆ, ਤੁਸੀਂ ਇਹੋ ਜਿਹੀ ਗੱਲ ਨਾ ਕਰਿਆ ਕਰੋ। ਖੈਰ ਵੇਖਣਾ ਹੋਏਗਾ ਕਿ ਪ੍ਰਧਾਨਗੀ ਕਿਸ ਦੇ ਹਿੱਸੇ ਆਉਂਦੀ ਹੈ। ਬੀਬੀ ਜਗੀਰ ਕੌਰ ਚੋਣ ਲੜਨਾ ਚਾਹੁੰਦੇ ਨੇ। ਸ਼ੁਕਰੀਆ ਗਰੇਵਾਲ ਜੀ ਸਾਡੇ ਨਾਲ ਜੁੜਨ ਦੇ ਲਈ। ਦਾਦੂਵਾਲ ਜੀ ਤੁਹਾਡਾ ਵੀ ਸ਼ੁਕਰੀਆ। ਤਾਂ ਚੋਣ ਕੋਈ ਵੀ ਲੜ ਸਕਦਾ ਹੈ। ਬਲਜੀਤ ਸਿੰਘ ਦਾਦੂਵਾਲ ਜੀ ਵੀ ਕਹਿ ਰਹੇ ਨੇ, ਚਾਹੇ ਹਰਜਿੰਦਰ ਸਿੰਘ ਧਾਮੀ ਮੁੜ ਤੋਂ ਲੜਨ ਜਾਂ ਬੀਬੀ ਜਗੀਰ ਕੌਰ ਲੜਨ। ਬੀਬੀ ਜਗੀਰ ਕੌਰ ਚੋਣ ਲੜਨਾ ਚਾਹੁੰਦੇ ਨੇ। SGPC ਪ੍ਰਧਾਨ ਇਸ ਤੋਂ ਪਹਿਲਾਂ ਰਹਿ ਚੁੱਕੇ ਨੇ ਤੇ ਹੁਣ ਫਿਰ ਤੋਂ ਚੋਣ ਲੜਨਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਅੱਗੇ ਉਹਨਾਂ ਨੇ ਇਹ ਮੰਗ ਰੱਖੀ ਹੈ ਤੇ ਪਾਰਟੀ ਦੇ ਫੈਸਲੇ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ। ਉਹਨਾਂ ਨੇ ਕਿਹਾ ਕਿ ਉਹ ਸੇਵਾ ਕਰਨਾ ਚਾਹੁੰਦੇ ਨੇ, ਗੁਰੂ ਘਰਾਂ ਦੀ ਸੇਵਾ ਦਾ ਮੌਕਾ ਮੁੜ ਤੋਂ ਉਹਨਾਂ ਨੂੰ ਮਿਲੇ ਚਾਹੁੰਦੇ ਨੇ ਤੇ ਇਸ ਦੇ ਲਈ ਉਹਨਾਂ ਨੇ ਪਾਰਟੀ ਪ੍ਰਧਾਨ ਦੇ ਅੱਗੇ ਮੰਗ ਰੱਖੀ ਹੈ।
ਤਾਂ ਬੀਬੀ ਜਗੀਰ ਕੌਰ ਮੁੜ ਤੋਂ ਚੋਣ ਲੜਨਾ ਚਾਹੁੰਦੇ ਨੇ। ਐਸਜੀਪੀਸੀ ਪ੍ਰਧਾਨ ਇਸ ਤੋਂ ਪਹਿਲਾਂ ਰਹਿ ਚੁੱਕੇ ਨੇ ਤੇ ਫਿਰ ਤੋਂ ਚੋਣ ਲੜਨਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਕਈ ਸਾਰੇ ਕੰਮ ਅਧੂਰੇ ਰਹਿ ਗਏ ਸੀ, ਕਈ ਸਾਰੇ ਕੰਮ ਜੋ ਕਰਨਾ ਚਾਹੁੰਦੇ ਸੀ ਉਹ ਮੁੜ ਤੋਂ ਚਾਹੁੰਦੇ ਨੇ ਕਿ ਉਹਨਾਂ ਨੂੰ ਉਹਨਾਂ ਕੰਮਾਂ ਦੇ ਲਈ, ਗੁਰੂ ਘਰਾਂ ਦੀ ਸੇਵਾ ਦੇ ਲਈ ਮੌਕਾ ਮਿਲੇ। ਇਸ ਤੋਂ ਪਹਿਲਾਂ ਵੀ ਐਸਜੀਪੀਸੀ ਪ੍ਰਧਾਨ ਰਹਿ ਚੁੱਕੇ ਨੇ ਤੇ ਹੁਣ ਫਿਰ ਤੋਂ ਚੋਣ ਲੜਨਾ ਚਾਹੁੰਦੇ ਨੇ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦੇ ਅੱਗੇ ਮੰਗ ਰੱਖੀ ਹੈ ਬੀਬੀ ਜਗੀਰ ਕੌਰ ਨੇ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਜੋ ਵੀ ਫੈਸਲਾ ਕਰੇਗੀ ਉਸ ਤੋਂ ਬਾਅਦ ਅਗਲੀ ਰਣਨੀਤੀ ਦੇਖਣਗੇ। ਪਾਰਟੀ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ।